ਅੰਮ੍ਰਿਤਸਰ ਦੇ ਲਾਗੇ ਇੱਕ ਛੋਟਾ ਜਿਹਾ ਪਿੰਡ ਹੈ ਪਹੂਵਿੰਡ। ਉਸ ਪਿੰਡ ਦੇ ਵਿੱਚ ਪਤੀ ਪਤਨੀ ਇੱਕ ਨਿੱਕੇ ਜਿਹੇ ਘਰ ਦੇ ਵਿੱਚ ਰਹਿੰਦੇ ਨੇ। ਉਸ ਘਰ ਦੇ ਮਾਲਕ ਦਾ ਨਾਂ ਹੈ ਭਾਈ ਭਗਤਾ ਤੇ ਭਾਈ ਭਗਤੇ ਦੀ ਧਰਮ ਪਤਨੀ ਦਾ ਨਾਮ ਹੈ ਬੀਬੀ ਜਿਉਣੀ। ਇਹ ਦੋਨੋਂ ਹੀ ਬੜੇ ਗੁਰਸਿੱਖ ਨੇ, ਗੁਰੂ ਘਰ ਨਾਲ ਜੁੜੇ ਹੋਏ, ਸਿੱਖੀ ਨੂੰ ਕਮਾਉਣ ਵਾਲੇ ਨੇ। ਘਰ ਦੇ ਵਿੱਚ ਹਾਲਾਂਕਿ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਕੋਲ ਜ਼ਮੀਨ ਵੀ ਹੈ, ਘਰ ਵੀ ਹੈ, ਹਰ ਪ੍ਰਕਾਰ ਦਾ ਸੁੱਖ ਹੈ। ਮੱਝੀਆਂ ਗਾਈਆਂ ਵੀ ਰੱਖੀਆਂ ਹੋਈਆਂ ਨੇ, ਘਰ ਵਿੱਚ ਚੰਗਾ ਦੁੱਧ ਹੈ, ਖਾਣ ਪਾਣ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਇੱਥੋਂ ਤੱਕ ਕਿ ਉਹਨਾਂ ਸਮਿਆਂ ਦੇ ਵਿੱਚ ਕਿਸੇ ਕੋਲ ਆਪਣਾ ਖੂਹ ਹੋਣਾ ਬੜੀ ਵੱਡੀ ਗੱਲ ਹੁੰਦੀ ਸੀ, ਕਿਉਂਕਿ ਪਾਣੀ ਦਾ ਪ੍ਰਬੰਧ ਜਿਹੜਾ ਹੈ ਬੜਾ ਮੁਸ਼ਕਲ ਨਾਲ ਹੁੰਦਾ ਸੀ। ਭਾਈ ਭਗਤੇ ਕੋਲ ਆਪਣਾ ਪੈਲੀ ਵਿੱਚ ਖੂਹ ਸੀ। ਉਸ ਖੂਹ ਦੇ ਬਿਲਕੁਲ ਨਾਲ ਇੱਕ ਛੋਟੀ ਜਿਹੀ ਛੰਨ ਪਾਈ ਸੀ, ਕਹਿ ਲਓ ਇੱਕ ਨਿੱਕੀ ਝੋਪੜੀ। ਉਸ ਝੋਪੜੀ ਦੇ ਨਾਲ ਜਿੱਥੇ ਇੱਕ ਖੂਹ ਹੈ ਪਾਣੀ ਦਾ, ਉੱਥੇ ਨਾਲ ਹੀ ਇੱਕ ਵੇਲਣਾ ਲੱਗਾ ਹੋਇਆ ਹੈ। ਅੱਜ ਵੀ ਪਿੰਡਾਂ ਦੇ ਵਿੱਚ ਗੰਨੇ ਦਾ ਰਸ ਕੱਢਿਆ ਜਾਂਦਾ ਹੈ ਤੇ ਰਸ ਕੱਢ ਕੇ ਫਿਰ ਉਹਦੇ ਨਾਲ ਗੁੜ ਤਿਆਰ ਕੀਤਾ ਜਾਂਦਾ ਹੈ। ਲੱਕੜ ਦਾ ਵੇਲਣਾ ਸੀ। ਭਾਈ ਭਗਤਾ ਜੀ ਆਪਣੇ ਨੌਕਰ ਦੇ ਨਾਲ ਗੰਨੇ ਦੀ ਰਸ ਕੱਢ ਕੇ ਤੇ ਗੁੜ ਬਣਾਉਂਦੇ ਨੇ। ਇੱਕ ਦਿਨ ਕੀ ਹੋਇਆ, ਭਾਈ ਭਗਤਾ ਜੀ ਸਵੇਰ ਦਾ ਸਮਾਂ ਬੈਠੇ ਹੋਏ ਨੇ, ਨੌਕਰ ਦੀ ਉਡੀਕ ਪੇ ਕਰਦੇ ਨੇ ਤੇ ਕਿਸੇ ਡੂੰਘੀ ਸੋਚ ਵਿੱਚ ਗਵਾਚੇ ਹੋਏ ਨੇ, ਖਿਆਲਾਂ ਵਿੱਚ ਗਵਾਚੇ ਨੇ। ਮੇਰੇ ਘਰ ਵੀ ਕੋਈ ਔਲਾਦ, ਕੋਈ ਪੁੱਤਰ ਹੁੰਦਾ ਤੇ ਅੱਜ ਮੈਨੂੰ ਨੌਕਰਾਂ ਦੀ ਉਡੀਕ ਨਾ ਕਰਨੀ ਪੈਂਦੀ। ਇੰਨੀਆਂ ਡੂੰਘੀਆਂ ਸੋਚਾਂ ਖਿਆਲਾਂ ਵਿੱਚ ਗਵਾਚੇ ਹੋਏ ਨੇ। ਇਹਨਾਂ ਚਿਰ ਨੂੰ ਕੋਈ ਮਹਾਂਪੁਰਸ਼ ਆਉਂਦਾ ਹੈ, ਕੋਈ ਰੱਬੀ ਰੂਹ ਪਰਮੇਸ਼ਰ ਨਾਲ ਜੁੜਿਆ ਹੋਇਆ ਮਹਾਂਪੁਰਸ਼ ਜਦੋਂ ਆਇਆ ਤੇ ਭਾਈ ਭਗਤੇ ਨੂੰ ਵੇਖ ਕੇ ਉਹਨੇ ਮੁਖ ਤੋਂ ਇੱਕ ਬੋਲ ਆਖਿਆ, ਕਹਿਣ ਲੱਗਾ, ਲੱਗਦਾ ਗੁਰਸਿੱਖ ਹੈ, ਪਰ ਗੁਰਸਿੱਖ ਹੋਵੇ ਤੇ ਕਿਸੇ ਚਿੰਤਾ ਵਿੱਚ ਹੋਵੇ ਕਿਵੇਂ ਹੋ ਸਕਦਾ? ਕਿਉਂਕਿ ਗੁਰਸਿੱਖ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਜਦੋਂ ਇੰਨੀ ਗੱਲ ਆਖੀ, ਭਾਈ ਭਗਤੇ ਦਾ ਖਿਆਲ ਉਸ ਮਹਾਂਪੁਰਸ਼ ਵੱਲ ਗਿਆ। ਉਸੇ ਵੇਲੇ ਉੱਠਿਆ, ਹੱਥ ਜੋੜੇ, ਨਮਸਕਾਰ ਕੀਤੀ, ਅੰਦਰ ਝੋਪੜੀ ਵਿੱਚੋਂ ਜਾ ਕੇ ਇੱਕ ਖੇਸ ਕੰਬਲ ਕੱਢ ਕੇ ਲਿਆਇਆ, ਥੜੇ 'ਤੇ ਵਿਛਾਇਆ ਤੇ ਉਸ ਉੱਤੇ ਉਸ ਮਹਾਂਪੁਰਸ਼ ਨੂੰ ਬੈਠਣ ਵਾਸਤੇ ਆਖਿਆ, ਕਿਉਂਕਿ ਗੁਰਸਿੱਖ ਜਿਹੜਾ ਹੈ ਉਹ ਗੁਰਸਿੱਖ ਦਾ ਸਤਿਕਾਰ ਕਰਦਾ ਹੈ। ਗੁਰਸਿੱਖ ਗੁਰਸਿੱਖ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ। ਗੁਰਸਿੱਖ ਹੀ ਉਹ ਹੈ ਜਿਹੜਾ ਗੁਰਸਿੱਖ ਨੂੰ ਵੇਖ ਕੇ ਖੁਸ਼ ਹੋ ਜਾਵੇ, ਪ੍ਰਸੰਨ ਹੋ ਜਾਵੇ। ਬਲਕਿ ਅਰਦਾਸ ਦੇ ਵਿੱਚ ਸਾਡੇ ਤਾਂ ਇਹ ਸ਼ਬਦ ਹੀ ਵਸੇ ਹੋਏ ਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਹੁਣ ਉਹ ਗੁਰਸਿੱਖ ਰੱਬੀ ਰੂਹ ਮਹਾਂਪੁਰਸ਼ ਜਦੋਂ ਆਇਆ, ਭਾਈ ਭਗਤੇ ਨੇ ਸਤਿਕਾਰ ਵਜੋਂ ਥੜੇ ਦੇ ਉੱਤੇ ਉਹ ਖੇਸ ਵਿਛਾਇਆ। ਮਹਾਂਪੁਰਸ਼ ਉਸ ਖੇਸ ਉੱਤੇ ਬੈਠੇ ਨੇ। ਇੰਨਾ ਚਿਰ ਨੂੰ ਮਾਤਾ ਜਿਉਣੀ ਜੀ ਵੀ ਆ ਜਾਂਦੇ ਨੇ। ਹੁਣ ਸਵੇਰ ਦਾ ਵੇਲਾ ਸੀ, ਭੋਜਨ ਲੈ ਕੇ ਆਏ ਨੇ। ਇੱਕ ਹੱਥ ਦੇ ਵਿੱਚ ਲੱਸੀ ਦਾ ਜੱਗ, ਇੱਕ ਹੱਥ ਵਿੱਚ ਪ੍ਰਸ਼ਾਦੇ ਫੜੇ ਨੇ, ਸਾਗ ਹੈ। ਤੇ ਜਦੋਂ ਲੈ ਕੇ ਆਏ ਤੇ ਉਸ ਸਮੇਂ ਮਹਾਂਪੁਰਸ਼ ਨੂੰ ਪੁੱਛਿਆ ਵੀ ਪ੍ਰਸ਼ਾਦਾ ਛਕੋਗੇ? ਉਹਨਾਂ ਆਖਿਆ, ਹਾਂ ਬੜੀ ਭੁੱਖ ਲੱਗੀ ਹੈ, ਮੈਂ ਸ਼ਾਇਦ ਆਇਆ ਹੀ ਪ੍ਰਸ਼ਾਦਾ ਛਕਣ ਵਾਸਤੇ ਸਾਂ, ਸਬੱਬ ਬਣ ਗਿਆ। ਪ੍ਰਸ਼ਾਦਾ ਛਕਿਆ, ਗੱਲਾਂ ਬਾਤਾਂ ਹੋਈਆਂ। ਮਹਾਂਪੁਰਸ਼ ਨੇ ਆਖਿਆ ਵੀ ਅੱਜ ਵੇਲਣਾ ਨਹੀਂ ਜੋਤਿਆ। ਜਦੋਂ ਇੰਨੀ ਗੱਲ ਆਖੀ, ਅਗਲਾ ਬੋਲ ਉਹਨੇ ਆਖਿਆ ਵੀ ਬੱਚੇ ਕਿੱਥੇ ਨੇ? ਜਦੋਂ ਇੰਨੀ ਗੱਲ ਆਖੀ ਤੇ ਮਾਤਾ ਜਿਉਣੀ ਜੀ ਦੀਆਂ ਅੱਖਾਂ ਵਿੱਚੋਂ ਅਥਰੂ ਆ ਗਏ।
भाई भगता जी कह लगे 15 साल हो गए ने विआह नूं, घर विच कोई औलाद नहीं हुई, हर एक सुख है, पर केवल इस गल की चिंता लगी रहिंदी साडी भी औलाद होवे, साडा भी अगे परिवार वधे फुले। जदों इन्नी गल आखी, उस महापुरुष ने सेवा ते भावना शरधा नूं वेख के बड़े प्यार नाल ये बोल आखे, कह लगे मालक दे घर विच कदी किसी चीज़ की कोई कमी नहीं, जे कोई भावना दे नाल अरदास करे तो उनकी अरदास बिरथी नहीं जाती। उस महापुरुष ने उदों एक बचन आख्या, तुहाडे घर विच एक बालक होवेगा जिहड़ा वड्डा सूरबीर योधा ते विद्वान होवेगा। बस इन्नी गल सुनदियां ही भाई भगता जिहड़ा प्रसन्न हो गया, मानो उदासियां उडारियां मर गईयां, चिंता जिहड़ी अंदरों खत्म हो गई, एक हौसला बज गया। समा अपनी चाल चलता गया। 26 जनवरी सन 1682 नूं एक बालक ने जन्म लिया भाई भगते के घर विच। गुरु प्यार वालिओ, जदों उस बालक ने जन्म लिया तो भाई भगते ने बड़ियां खुशियां मनाईयां, पर नाल ही मालक का शुकराना भी किया। घर दे विच रब्बी कीर्तन होया, घर दे विच दान पुन किया गया, लोड़वंदां नूं हर एक पदार्थ दिता गया, मालक का शुकराना किया गया। आखिर इस बालक नूं गुरमत दी, गुरबाणी दी, गुरसिक्ख्या दी गुड़ती दिती गई। जिस घर दे विच सिੱਖੀ होवे वो अपने बच्चों नूं भी सिੱਖੀ दी दात देंदे ने। माँ बाप गुरु घर नाल जुड़े सन, माँ दे मुख ते हमेशा सिमरन बाणी रहिंदी सी ते पिता दे हिरदे विच भी गुर शब्द वसिया सी। उस बालक दे जन्म होने ते जिथे शुकराना किया, उस बालक नूं गुरमत दी सिੱਖਿਆ गुड़ती दिती गई ते उनका नाम रखिया दीप। बालक सहजे सहजे वड्डा होया, बाणी का अभ्यास हो गया, बाणी कंठ हो गई, हौली हौली गुरमत दे रंग विच रंगिया गया। थोड़ा जवान होया ते पिता दे नाल खेती दे विच काम भी कराउंदा है। जदों भर जवानी 18 साल की उम्र हुई तो आखिर उस बालक दीप ने कलगीधर पातशाह जी की सिफत सुनिया करनी कि महाराज ने एक खालसा साजिया तो वह खालसा जिहड़ा है गरीब की रखिया, मजलूम की रखिया, दीन की रखिया वास्ते खालसे की साजना की है। आखिर खबर आनंदपुर तो पहुँचदियाँ सन, संगतां आउंदियां सन मिलन वास्ते। आनंदपुर उन्हां जाके दसना महाराज का दरबार इस तरह का है, उत्थों की रौनक इस तरह की है। ये सारियां गल्लां महाराज पातशाह जी की महान सूरबीरता दीयां गाथावां आखिर जदों बालक दीप ने सुननिया तो हिरदे विच एक तांग पैदा होनी, मैं भी कलगीधर पातशाह जी नूं वेखां, दीदार करां। आखिर रोज़ माता पिता नूं कहना, एक दिन वो घड़ी आ गई। गुरु प्यार वालिओ, माँ बाप ने मन विच विचार बनाया भी अपने बच्चे नूं आपां हुण कलगीधर पातशाह जी के चरनां विच लै के जाइए, जिंदे चरनां विच अरदास करके ये दात सानूं प्राप्त हुई है। जदों बालक नूं लै के आ रहे ने, हुण भर जवानी विच है ये बालक दीप। जदों रस्ते विच आए तो माँ नूं सहज सुभाਅ पुछ लिया, माँ कित्थे चले आ? ते माँ ने आख्या, पुत्र अपने घर। हुण वेखो माँ बाप की आखरे ने कि अपने घर, ते सहज सुभाਅ मुख तो बोल निकलिया, माँ अपना घर तो पाहूविंड विच है। भी अपना घर तो पाहूविंड विच है, ये किहड़ा घर है? पुत्र ये असल घर है, ये वो घर है जिथों एक असल पिता मिलता है, ये वो घर है जिथों एक असल माँ मिलती है, ये वो घर है जिथों दे असीं वासी हाँ। आखिर वो बालक जिहड़ा है आनंदपुरी विच आया, माँ बाप दे नाल सेवा की। सेवा करदिया करदिया हिरदा इन्ना अंदरों कोमल ते पवित्र हो गया कि कलगीधर महाराज पातशाह जी दे चरनां विच इस तरह अंदरों जुड़ गया। चित करदा है भी हुण सतगुर सच्चे पातशाह जी परमेश्वर
ਅਕਾਲ ਪੁਰਖ ਪਰਮਾਤਮਾ ਦਾ ਰੂਪ ਕਲਗੀਧਰ ਮਹਾਰਾਜ ਹੁਣ ਖੰਡੇ ਬਾਟੇ ਦਾ ਅੰਮ੍ਰਿਤ ਵੀ ਜਿਹੜਾ ਉਹ ਦੇ ਦੇਣ। ਆਖਰ ਇੱਕ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਸਤਿਗੁਰ ਪਾਤਸ਼ਾਹ ਜੀ ਨੇ ਇਸ ਬਾਲਕ ਦੀ ਸੇਵਾ ਨੂੰ ਵੇਖਿਆ ਸੀ। ਆਖਰ ਸਤਿਗੁਰ ਪਾਤਸ਼ਾਹ ਜੀ ਧਿਆਨ ਰੱਖਿਆ ਕਰਦੇ ਸਨ ਸਿੱਖਾਂ ਦਾ ਵੀ ਕਿਹੜਾ ਸਿੱਖ ਸੇਵਾ ਕਰਦਾ ਹੈ, ਕਿਹੜੀ ਉਹਦੀ ਭਾਵਨਾ ਹੈ। ਮਹਾਰਾਜ ਸਿੱਖਾਂ ਦਾ ਬੜਾ ਧਿਆਨ ਰੱਖਦੇ ਸਨ। ਆਖਰ ਉਹਨਾਂ ਦੀ ਨਜ਼ਰ ਇਸ ਬਾਲਕ 'ਤੇ ਵੀ ਪਈ ਤੇ ਸਹਿਜ ਸੁਭਾਅ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹ ਬਾਲਕ ਦੀਪ ਜਦੋਂ ਮੱਥਾ ਟੇਕਣ ਆਇਆ ਤੇ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਵੀ ਤੇਰਾ ਨਾਮ ਕੀ ਹੈ? ਤੇ ਅੱਗੋਂ ਆਖਿਆ ਸਤਿਗੁਰੂ ਮੇਰਾ ਨਾਮ ਹੈ ਦੀਪ। ਤੇ ਮਹਾਰਾਜ ਨੇ ਆਖਿਆ ਵੀ ਦੀਪ ਦਾ ਅਰਥ ਪਤਾ ਕੀ ਹੁੰਦਾ? ਸਤਿਗੁਰ ਪਾਤਸ਼ਾਹ ਜੀ ਉਹ ਨਹੀਂ ਪਤਾ ਦੀਪ ਦਾ ਅਰਥ ਕੀ ਹੁੰਦਾ ਹੈ, ਤੁਸੀਂ ਕਿਰਪਾ ਕਰਕੇ ਸਮਝਾ ਦੇਵੋ। ਮਹਾਰਾਜ ਨੇ ਆਖਿਆ ਦੀਪ ਦਾ ਅਰਥ ਹੁੰਦਾ ਦੀਵਾ। ਤੇ ਮਹਾਰਾਜ ਨੇ ਆਖਿਆ ਦੀਵੇ ਦੇ ਕੁਝ ਗੁਣ ਹੁੰਦੇ ਨੇ। ਪਾਤਸ਼ਾਹ ਕਿਹੜੇ? ਕਹਿਣ ਲੱਗੇ ਦੀਵਾ ਹਮੇਸ਼ਾ ਆਪ ਸੜ ਕੇ ਦੂਜਿਆਂ ਨੂੰ ਰੌਸ਼ਨ ਕਰਦਾ ਹੈ। ਇਹ ਦੀਵੇ ਦਾ ਪਹਿਲਾ ਗੁਣ ਹੈ, ਉਹ ਆਪ ਸੜਦਾ ਤੇ ਦੂਜਿਆਂ ਨੂੰ ਰੌਸ਼ਨੀ ਦਿੰਦਾ ਹੈ। ਦੂਜਾ ਦੀਵੇ ਦਾ ਗੁਣ ਇਹ ਹੈ ਕਿ ਦੀਵੇ ਦੀ ਲੋ ਲਾਟ ਹਮੇਸ਼ਾ ਉਤਾਂ ਨੂੰ ਜਾਂਦੀ ਹੈ, ਉਹ ਆਪਣੇ ਮੂਲ ਵੱਲ ਜਾਂਦਾ ਹੈ, ਉਹ ਆਪਣੀ ਮੰਜ਼ਿਲ ਵੱਲ ਜਾਂਦਾ ਹੈ। ਤੀਜਾ ਦੀਵੇ ਦਾ ਗੁਣ ਇਹ ਹੈ ਕਿ ਦੀਵਾ ਆਪਣੇ ਤੋਂ ਕਈ ਦੀਵੇ ਰੌਸ਼ਨ ਕਰ ਸਕਦਾ ਹੈ। ਕਿੰਨੇ ਦੀਵੇ ਜਗਾ ਸਕਦਾ, ਉਹਦੇ ਵਿੱਚ ਸਮਰੱਥਾ ਹੈ। ਇੱਕ ਦੀਵੇ ਤੋਂ ਹਜ਼ਾਰਾਂ ਲੱਖਾਂ ਕਰੋੜਾਂ ਦੀਵੇ ਬਾਲੇ ਜਾ ਸਕਦੇ ਨੇ। ਜਦੋਂ ਇਹ ਗੱਲ ਸੁਣੀ ਕਲਗੀਧਰ ਪਾਤਸ਼ਾਹ ਜੀ ਤੋਂ, ਮਹਾਰਾਜ ਕਿਰਪਾ ਕਰ ਦਿਓ ਫਿਰ ਇਸ ਬੁੱਝੇ ਹੋਏ ਦੀਵੇ ਨੂੰ ਜਗਾ ਦਿਓ। ਇਹ ਦੀਵਾ ਮਹਾਰਾਜ ਬੁੱਝਿਆ ਹੋਇਆ ਹੈ, ਇਹ ਕੀ ਕਿਸੇ ਨੂੰ ਜਗਾਵੇਗਾ? ਆਪ ਜਿਹੜਾ ਬੁੱਝਿਆ ਹੈ ਉਹ ਕੀ ਰੌਸ਼ਨੀ ਕਰੇਗਾ? ਪਹਿਲਾਂ ਇਸ ਦੀਵੇ ਨੂੰ ਜਗਾਓ, ਜਗਿਆ ਹੋਇਆ ਦੀਵਾ ਹੀ ਰੌਸ਼ਨੀ ਦੇ ਸਕਦਾ ਹੈ। ਮਹਾਰਾਜ ਨੇ ਬੜੀ ਕਿਰਪਾ ਕੀਤੀ। ਅਗਲੇ ਦਿਨ ਦੀਪ ਨੂੰ ਅੰਮ੍ਰਿਤ ਛਕਾ ਕੇ ਦੀਪ ਤੋਂ ਦੀਪ ਸਿੰਘ ਬਣਾ ਦਿੱਤਾ। ਹੁਣ ਇਹ ਦੀਪ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਨਾਮ ਦੀ ਕਮਾਈ ਅਭਿਆਸ ਨਿਰੰਤਰ ਕਰਦਾ, ਅਥਾਹ ਸੇਵਾ ਕਰਦਾ। ਆਖਰ ਭਰ ਜਵਾਨੀ ਦੇ ਅੰਦਰ ਚੇਟਕ ਲੱਗੀ ਹੋਵੇ ਨਾ ਸੇਵਾ ਤੇ ਸਿਮਰਨ ਦੀ, ਗੁਰੂ ਪਿਆਰ ਵਾਲਿਓ ਇਹ ਸਮਾਂ ਬੜਾ ਔਖਾ ਵੀ ਹੁੰਦਾ ਹੈ। ਕਿਉਂਕਿ ਇਸ ਸਮੇਂ ਵਿੱਚ ਜੇ ਸਹੀ ਗਿਆਨ ਨਾ ਮਿਲੇ, ਸਹੀ ਰਸਤਾ ਨਾ ਪਤਾ ਲੱਗੇ ਤੇ ਚੰਗੇ ਚੰਗੇ ਮਨੁੱਖ ਭਟਕ ਜਾਂਦੇ ਨੇ। ਇੱਕ ਸਮਾਂ ਇਹੋ ਜਿਹਾ ਹੁੰਦਾ ਹੈ 15 ਸਾਲ ਤੋਂ 25 ਸਾਲ ਦਾ ਜਿਹੜਾ ਉਮਰ ਹੁੰਦੀ ਹੈ ਨਾ ਬੰਦੇ ਦੀ, ਇਹ ਭਟਕਣਾ ਪੈਦਾ ਕਰਦੀ। ਤੇ ਜੇ ਬੰਦੇ ਨੂੰ ਸਹੀ ਸਮਝ ਨਾ ਹੋਵੇ, ਗਿਆਨ ਨਾ ਹੋਵੇ ਤੇ ਵੱਡੇ ਵੱਡੇ ਮਨੁੱਖ ਕਹਾਉਂਦੇ ਹੋਏ ਵੀ ਗਲਤ ਮਾਰਗ ਤੇ ਤੁਰ ਜਾਂਦੇ ਨੇ। ਕਈ ਨਸ਼ਿਆਂ ਦੇ ਰਾਹ, ਕਈ ਪਤਪੁਣੇ ਦੇ ਰਾਹ, ਜਾਂ ਕਈ ਹੋਰ ਮਾੜੇ ਪਾਸੇ ਤੁਰ ਪੈਂਦੇ ਨੇ। ਇਹ ਧੰਨ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਦੀਪ ਸਿੰਘ ਦੇ ਅੰਦਰ ਦੀਵਾ ਬਾਲ ਦਿੱਤਾ। ਐਸਾ ਦੀਵਾ ਬਾਲਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿ ਭਾਈ ਦੀਪ ਸਿੰਘ ਹੁਣ ਮਹਾਰਾਜ ਪਾਤਸ਼ਾਹ ਜੀ ਦੀਆਂ ਅਸੀਸਾਂ ਪ੍ਰਾਪਤ ਕਰਕੇ ਜਦੋਂ ਮਾਂ ਬਾਪ ਆਏ ਨਾ, ਕੁਝ ਸਮੇਂ ਬਾਅਦ ਜਦੋਂ ਆਏ ਵੀ ਆਪਣੇ ਪੁੱਤਰ ਨੂੰ ਹੁਣ ਆਪਾਂ ਲੈ ਆਈਏ, ਤੇ ਜਦੋਂ ਉਹਨਾਂ ਵੇਖਿਆ ਵੀ ਬਾਬਾ ਦੀਪ ਸਿੰਘ ਜੀ, ਕਿਉਂਕਿ ਬਾਬਾ ਸ਼ਬਦ ਜਿਹੜਾ ਹੈ ਨਾ ਉਹ ਉਦੋਂ ਉਹਨਾਂ ਨਾਲ ਜੁੜਿਆ ਜਦੋਂ ਉਹਨਾਂ ਨੇ ਮਹਾਨ ਕਾਰਨਾਮੇ ਕੀਤੇ ਨੇ। ਸਤਿਕਾਰ ਵਜੋਂ ਇਹ ਬਾਬਾ ਸ਼ਬਦ ਜਿਹੜਾ ਕੱਲ੍ਹ ਮੈਂ ਦੀ ਵਿਆਖਿਆ ਕੀਤੀ ਸੀ। ਹੁਣ ਬਾਬਾ ਦੀਪ ਸਿੰਘ ਜਿਹੜੇ ਨੇ ਅੰਮ੍ਰਿਤ ਛਕ ਕੇ ਸਿੰਘ ਬਣ ਚੁੱਕੇ ਨੇ। ਤੇ ਜਦੋਂ ਮਾਂ ਬਾਪ ਨੇ ਵੇਖਿਆ ਨਾ ਆ ਕੇ ਆਪਣੇ ਪੁੱਤਰ ਨੂੰ, ਨੀਲਾ ਬਾਣਾ ਪਾਇਆ, ਐਨ ਵੱਡੀ ਦਸਤਾਰ ਸਜਾਈ, ਉੱਤੋਂ ਸ੍ਰੀ ਸਾਹਿਬ ਪਾਈ, ਹੱਥ ਵਿੱਚ ਤੀਰ ਫੜਿਆ, ਤੇ ਐਨ ਮੁਖ ਤੇ ਲਾਲੀ ਗਦਗਦ ਹੋਵੇ, ਤੇ ਮਾਂ ਬਾਪ ਵੇਖ ਕੇ ਜਿਹੜੇ ਨਾ ਉਹ ਖੁਸ਼ ਹੋ ਗਏ। ਖੁਸ਼ੀ ਦਾ ਠਿਕਾਣਾ ਨਾ ਰਿਹਾ। ਮੱਥਾ ਟੇਕਿਆ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਧੰਨ ਹੈ ਗੁਰੂ ਕਿ ਸਾਡੇ ਪੁੱਤਰ ਨੂੰ ਇੰਨਾ ਸੋਹਣਾ ਜੀਵਨ, ਇੰਨਾ ਸੋਹਣਾ ਸਰੂਪ ਮਿਲਿਆ। ਆਖਰ ਇਹ ਬਾਬਾ ਦੀਪ ਸਿੰਘ ਜੀ ਜਦੋਂ ਮਾਂ ਬਾਪ ਨੇ ਆਖਿਆ ਵੀ ਆਪਣੇ ਪੁੱਤਰ ਨੂੰ ਲੈ ਕੇ ਜਾਣਾ, ਗੁਰੂ ਪਿਆਰ ਵਾਲਿਓ ਹੁਣ ਇਹ ਉਹ ਦੀਵਾ ਸੀ
ਜਿਹੜਾ ਕਲਗੀਧਰ ਪਾਤਸ਼ਾਹ ਜੀ ਨੇ ਬਾਲ ਦਿੱਤਾ ਸੀ। ਔਰ ਕਲਗੀਧਰ ਪਾਤਸ਼ਾਹ ਜੀ ਦਾ ਬਾਲਿਆ ਹੋਇਆ ਦੀਵਾ ਕਦੀ ਬੁੱਝ ਨਹੀਂ ਸਕਦਾ, ਕਿਉਂਕਿ ਬਾਬਾ ਦੀਪ ਸਿੰਘ ਜੀ ਨੇ ਇੱਕ ਗੱਲ ਮਹਾਰਾਜ ਨੂੰ ਆਖੀ ਸੀ, ਕਲਗੀਧਰ ਪਾਤਸ਼ਾਹ ਜੀ ਨੂੰ, ਵੀ ਸਤਿਗੁਰੂ ਜੇ ਤੁਸੀਂ ਕਿਰਪਾ ਕਰਕੇ ਦੀਵਾ ਬਾਲਿਆ ਜੇ ਨਾ, ਸੰਸਾਰ ਦੇ ਅੰਦਰ ਬੜੀਆਂ ਹਨੇਰੀਆਂ ਆਉਂਦੀਆਂ ਨੇ, ਬੜੇ ਤੂਫਾਨ ਆਉਂਦੇ ਨੇ, ਕਿਰਪਾ ਕਰਿਓ ਕਿਤੇ ਕੋਈ ਇਹੋ ਜਿਹਾ ਤੂਫਾਨ, ਕੋਈ ਇਹੋ ਜਿਹੀ ਹਨੇਰੀ ਨਾ ਆ ਜਾਵੇ ਕਿ ਇਹ ਜਿਹੜਾ ਦੀਵਾ ਬਾਲਿਆ ਇਹ ਬੁੱਝ ਜਾਵੇ। ਤੇ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਸੀ, ਦੀਪ ਸਿਆਂ ਧੜ ਤੋਂ ਸੀਸ ਤਾਂ ਵੱਖਰਾ ਹੋ ਸਕਦਾ ਹੈ, ਪਰ ਇਹ ਰਹਿੰਦੀ ਦੁਨੀਆ ਤੱਕ ਕਹਿ ਲਗੇ ਦੀਵਾ ਬੁਝੇਗਾ ਨਹੀਂ। ਧੜ ਤੋਂ ਸੀਸ ਵੱਖਰਾ ਹੋ ਜਾਵੇ, ਕਿੰਨੇ ਕੁ ਵੱਡੇ ਤੋਂ ਵੱਡੇ ਝੱਖੜ ਹਨੇਰ ਤੂਫਾਨ ਆ ਜਾਣ, ਇਹ ਦੀਪ ਸਿਆਂ ਰਹਿੰਦੀ ਦੁਨੀਆ ਤੱਕ ਇਹ ਦੀਵਾ ਬਲਦਾ ਰਹੇਗਾ। ਉਹੀ ਬਾਬਾ ਦੀਪ ਸਿੰਘ ਜਦੋਂ ਤੁਰਨ ਲੱਗੇ ਨੇ, ਮਹਾਰਾਜ ਨੇ ਆਖਿਆ ਗੁਰਮਤਿ ਦਾ ਪ੍ਰਚਾਰ ਕਰਨਾ, ਨਿਤਨੇਮ ਵਿੱਚ ਨਾਗਾ ਨਹੀਂ ਪਾਉਣਾ, ਸਿੱਖੀ ਤੋਂ ਬਦਾਵਾ ਨਹੀਂ ਦੇਣਾ, ਸਿੱਖੀ ਅਸੂਲਾਂ 'ਤੇ ਚੱਲਣਾ, ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੇ ਵਰਗਾ ਬਣਾਉਣਾ, ਵੱਧ ਤੋਂ ਵੱਧ ਨੌਜਵਾਨਾਂ ਨੂੰ ਪ੍ਰੇਰਨਾ। ਗੁਰੂ ਪਿਆਰ ਵਾਲਿਓ, ਉਹੀ ਬਾਬਾ ਦੀਪ ਸਿੰਘ ਪਹੂਵਿੰਡ ਜਾ ਕੇ ਜਦੋਂ ਗੁਰਮਤਿ ਦਾ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ, ਤੇ ਨੌਜਵਾਨ ਪ੍ਰੇਰਿਤ ਹੋ ਕੇ ਇਹਨਾਂ ਦੇ ਪਿੱਛੇ ਤੁਰ ਪੈਂਦੇ ਨੇ, ਇੱਕ ਆਵਾਜ਼ ਮਾਰਦੇ ਨੇ, ਸੈਂਕੜੇ ਨੌਜਵਾਨ ਆ ਜਾਂਦੇ ਨੇ। ਆਖਰ ਨਗਰ ਨਗਰ ਪਿੰਡ ਪਿੰਡ ਜਾ ਕੇ ਬਾਬਾ ਦੀਪ ਸਿੰਘ ਪ੍ਰਚਾਰ ਕਰਦੇ ਰਹੇ ਨੇ। ਬੜਾ ਲੰਮਾ ਇਤਿਹਾਸ ਹੈ ਬਾਬਾ ਦੀਪ ਸਿੰਘ ਜੀ ਦਾ, ਕਿਉਂਕਿ ਉਹਨਾਂ ਦੀ ਉਮਰ ਤਕਰੀਬਨ 80 ਸਾਲ ਤੱਕ, 75-80 ਸਾਲ ਤੱਕ ਉਹਨਾਂ ਦੀ ਉਮਰ ਹੈ, ਤੇ ਬੜਾ ਲੰਮੇਰਾ ਸਮਾਂ ਹੈ। ਤੇ ਇਸ ਵਿੱਚ ਉਹਨਾਂ ਦੀ ਕਮਾਈ ਬੜੀ ਵੱਡੀ ਹੈ, ਬੜੀ ਵੱਡੀ ਕਮਾਈ ਹੈ, ਕਿਉਂਕਿ ਜਦੋਂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੇ ਦਮਦਮੇ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਜੇ ਪਹਿਲਾ ਕੋਈ ਸਿੱਖ ਚੁਣਿਆ ਹੈ ਨਾ, ਤੇ ਉਹ ਪਹਿਲਾ ਸਿੱਖ ਹੈ ਬਾਬਾ ਦੀਪ ਸਿੰਘ। ਕਲਗੀਧਰ ਮਹਾਰਾਜ ਨੇ ਤੇ ਕਿਹੜੇ ਕਾਰਜ ਵਾਸਤੇ ਚੁਣਿਆ ਸੀ? ਉਹ ਕਾਰਜ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਲਿਖਵਾਉਣੀ। ਹੁਣ ਭਾਈ ਦੀਪ ਸਿੰਘ, ਬਾਬਾ ਦੀਪ ਸਿੰਘ ਜਿਹੜੇ ਨੇ, ਜਦੋਂ ਸਿੱਖ ਇੱਕ ਜਾਂਦਾ ਹੈ ਦਮਦਮੇ ਦੀ ਧਰਤੀ ਤੋਂ ਪਾਹੂਵਿੰਡ ਵਿੱਚ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਬਚਨ ਆਖਿਆ ਸੀ ਜਦੋਂ ਆਨੰਦਪੁਰ ਤੋਂ ਤੁਰਨ ਲੱਗੇ ਸਨ, ਕਿ ਦੀਪ ਸਿੰਘ ਜੀ ਤੁਰਨ ਲੱਗੇ ਹੋ, ਗੁਰੂ ਦੇ ਹੁਕਮ ਵਿੱਚ ਚੱਲੇ ਹੋ, ਤੇ ਵਾਪਸ ਵੀ ਗੁਰੂ ਦੇ ਹੁਕਮ ਵਿੱਚ ਆਉਣਾ ਏ। ਜੇ ਗੁਰੂ ਦੇ ਹੁਕਮ ਵਿੱਚ ਚੱਲੇ ਹੋ, ਜਿੰਨਾ ਚਿਰ ਗੁਰੂ ਦਾ ਹੁਕਮ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਵਾਪਸ ਨਹੀਂ ਆਉਣਾ। ਉਡੀਕ ਕਰਦੇ ਰਹੇ ਹੁਕਮ ਦੀ। ਦਮਦਮੇ ਦੀ ਧਰਤੀ ਤੇ ਜਾ ਕੇ ਜਦੋਂ ਮਹਾਰਾਜ ਨੇ ਫਿਰ ਮੁੜ ਦੁਬਾਰਾ ਆਵਾਜ਼ ਮਾਰੀ ਏ, ਤੇ ਹੁਣ ਬਾਬਾ ਦੀਪ ਸਿੰਘ ਬਿਨਾਂ ਦੇਰੀ ਲਾਏ ਆ ਗਏ ਨੇ। ਪਰ ਇੱਕ ਗੱਲ ਹੋਰ ਗੁਰੂ ਪਿਆਰ ਵਾਲਿਓ, ਬਾਬਾ ਦੀਪ ਸਿੰਘ ਦੇ ਮਿੱਤਰ, ਹੁਣ ਦੁਨੀਆ ਦੇ ਅੰਦਰ ਹਰ ਕਿਸੇ ਦਾ ਕੋਈ ਨਾ ਕੋਈ ਦੋਸਤ ਜ਼ਰੂਰ ਹੁੰਦਾ ਹੈ, ਹਰ ਕਿਸੇ ਖੇਤਰ ਵਿੱਚ, ਸਰਕਲ ਵਿੱਚ, ਭਾਵੇਂ ਕੋਈ ਨੌਕਰੀ ਕਰਦਾ ਹੈ, ਵਪਾਰ ਕਰਦਾ ਹੈ, ਭਾਵੇਂ ਕੋਈ ਪੜ੍ਹਾਈ ਕਰਦਾ ਹੈ, ਹਰ ਕਿਸੇ ਦਾ ਕੋਈ ਨਾ ਕੋਈ ਮਿੱਤਰ ਹੁੰਦਾ ਹੈ। ਇੱਥੇ ਤਾਂ ਸਫ਼ਰ ਵਿੱਚ ਜਾਂਦਿਆਂ ਵੀ ਮਿੱਤਰ ਬਣ ਜਾਂਦੇ ਨੇ। ਹੁਣ ਬਾਬਾ ਦੀਪ ਸਿੰਘ ਜੀ ਦਾ ਮਿੱਤਰ ਕੌਣ ਹੈ? ਵੇਖੋ, ਕਈ ਵਾਰੀ ਅਸੀਂ ਮਿੱਤਰ ਦੀ ਚੋਣ ਕਰਨ ਲੱਗਿਆਂ ਬੜਾ ਘਾਟਾ ਖਾ ਜਾਂਦੇ ਹਾਂ, ਕਿਉਂਕਿ ਸਾਨੂੰ ਸਮਝ ਨਹੀਂ ਹੁੰਦੀ ਨਾ ਮਿੱਤਰ ਕਿਹੋ ਜਿਹੇ ਬਣਾਉਣੇ ਨੇ। ਅਸੀਂ ਕਈ ਵਾਰੀ ਮਿੱਤਰ ਉਹ ਬਣਾ ਲੈਂਦੇ ਹਾਂ, ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੀ ਜਿੰਨਾ ਚਿਰ ਹੈ ਧਨ ਪਦਾਰਥ ਦੌਲਤ ਉਹਨਾਂ ਚਿਰ ਤੇ ਉਹ ਵਾਹ ਵਾਹ ਕਰਦੇ ਨੇ, ਤੇ ਜਿੱਦਣ ਨਾ ਹੋਵੇ ਫਿਰ ਉਹ ਗਾਲਾਂ ਵੀ ਕੱਢਦੇ ਨੇ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੋਵੇ ਸਿੱਖ, ਤੇ ਉਹਦਾ ਦੋਸਤ ਕਿਹੋ ਜਿਹਾ ਹੋਣਾ ਚਾਹੀਦਾ ਹੈ? ਬਾਬਾ ਦੀਪ ਸਿੰਘ ਜੀ ਦਾ ਦੋਸਤ ਹੈ ਭਾਈ ਮਨੀ ਸਿੰਘ। ਹੁਣ ਭਾਈ ਮਨੀ ਸਿੰਘ ਦੋਸਤ ਨੇ। ਹੁਣ ਦੋਵੇਂ ਮਿੱਤਰ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਚੌਂਕੜਾ ਮਾਰ ਕੇ ਬਹਿ ਜਾਂਦੇ ਨੇ, ਤੇ ਧੰਨ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਮੁਖ ਤੋਂ ਬਾਣੀ ਉਚਾਰਦੇ ਨੇ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਸ ਤਰ੍ਹਾਂ ਬਾਣੀ ਮਹਾਰਾਜ ਨੇ ਉਚਾਰਨੀ ਸ਼ੁਰੂ ਕੀਤੀ ਹੈ। ਇੱਧਰੋਂ ਕਲਮ ਫੜੀ ਹੈ ਭਾਈ ਮਨੀ ਸਿੰਘ ਨੇ, ਤੇ ਘੜ ਘੜ ਕੇ ਦੇ ਰਹੇ ਨੇ ਕਲਮਾਂ ਬਾਬਾ ਦੀਪ ਸਿੰਘ। ਸਿਆਹੀ ਤਿਆਰ ਕੀਤੀ ਗਈ। ਇੱਕ ਗੱਲ ਯਾਦ ਰੱਖਿਓ,
ਹੁਣ ਅੱਜ ਜਿਹੜੀਆਂ ਨੇ ਪ੍ਰਿੰਟਿੰਗ ਪ੍ਰੈਸਾਂ ਲੱਗ ਗਈਆਂ ਨੇ, ਉਹਨਾਂ ਸਮਿਆਂ ਵਿੱਚ ਇਹ ਨਹੀਂ ਸਨ ਹੁੰਦੀਆਂ, ਅਤੇ ਲਿਖਾਈ ਜਿਹੜੀ ਆ ਉਹ ਹੱਥਾਂ ਦੇ ਨਾਲ ਲਿਖੀ ਜਾਂਦੀ ਸੀ। ਬਾਬਾ ਦੀਪ ਸਿੰਘ ਜੀ ਦੀ ਲਿਖਾਈ ਬੜੀ ਖੂਬਸੂਰਤ ਸੀ, ਇਹ ਵੀ ਗੱਲ ਯਾਦ ਰੱਖਿਓ। ਬਾਣੀ ਨੂੰ ਲਿਖਣਾ ਜਿਹੜਾ ਹੈ ਉਹ ਕੋਈ ਸੌਖਾ ਨਹੀਂ। ਮੈਂ ਰੋਜ਼ ਹੁਕਮਨਾਮਾ ਸਾਹਿਬ ਲਿਖਦਾ ਹਾਂ ਅਤੇ ਯਾਦ ਕਰਨਾ ਪਿਛਲੇ 10 ਸਾਲਾਂ ਤੋਂ ਇਹ ਅਭਿਆਸ ਕਰਦੇ ਰਹੀਦਾ ਬਾਣੀ ਲਿਖਣ ਦਾ, ਪਰ ਮੇਰੇ ਤੋਂ ਵੀ ਗਲਤੀ ਹੋ ਜਾਂਦੀ ਹੈ। ਹਾਲਾਂਕਿ ਹੁਕਮਨਾਮੇ ਕੰਠ ਹੋ ਗਏ, ਜ਼ੁਬਾਨੀ ਯਾਦ ਨੇ, ਲਿਖਣ ਲੱਗਿਆਂ ਫਿਰ ਵੀ ਕਦੀ ਸਿਹਾਰੀ ਦੀ ਗਲਤੀ, ਕਦੀ ਬਿਹਾਰੀ ਦੀ ਗਲਤੀ, ਕਦੀ ਔਂਕੜ, ਕਦੀ ਲਾਂ ਦੀ ਗਲਤੀ, ਅਤੇ ਕਈ ਵਾਰੀ ਸੰਗਤ ਆ ਕੇ ਕਹਿੰਦੀ ਬਾਬਾ ਜੀ ਅੱਜ ਆ ਵੇਖੋ ਮਾਤਰਾ ਗਲਤ ਹੋ ਗਈ। ਇਹਦਾ ਮਤਲਬ ਬਾਣੀ ਨੂੰ ਲਿਖਣਾ ਵੀ ਕਿੰਨਾ ਧਿਆਨ ਦਾ ਕੰਮ ਹੈ, ਇਹ ਆਮ ਬੰਦੇ ਦਾ ਕੰਮ ਨਹੀਂ। ਕਿੰਨੀ ਇਕਾਗਰਤਾ ਚਾਹੀਦੀ, ਕਿੰਨਾ ਧਿਆਨ ਚਾਹੀਦਾ। ਕੋਈ ਬਹੁਤ ਜੁੜਿਆ ਹੋਵੇ ਅੰਦਰੋਂ, ਉਹ ਹੀ ਬਾਣੀ ਲਿਖ ਸਕਦਾ ਜੀ। ਹੁਣ ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਮਹਾਰਾਜ ਮੁਖ ਤੋਂ ਬੋਲਦੇ ਨੇ ਅਤੇ ਉਹ ਲਿਖੀ ਜਾਂਦੇ ਨੇ। ਆਖਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੀ ਬਾਣੀ ਲਿਖਵਾਈ ਹੈ, ਇੱਥੇ ਇਤਿਹਾਸਕਾਰ ਇਹ ਵੀ ਲਿਖਦੇ ਨੇ, ਇੱਕ ਇੱਕ ਸ਼ਬਦ ਦੀ ਵਿਆਖਿਆ ਕਲਗੀਧਰ ਪਾਤਸ਼ਾਹ ਜੀ ਨੇ ਕੀਤੀ ਹੈ, ਅਤੇ ਜਿਹੜੇ ਸਾਹਮਣੇ ਸਿੰਘ ਬੈਠੇ ਨੇ ਉਹਨਾਂ ਨੇ ਇੱਕ ਇੱਕ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਅਰਥ ਸੁਣੇ ਅਤੇ ਉਹਨਾਂ ਅਰਥਾਂ ਨੂੰ ਜੀਵਨ ਵਿੱਚ ਕਮਾਉਣ ਦਾ ਯਤਨ ਕੀਤਾ। ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲਿਖਦੇ ਨੇ। ਹੁਣ ਜਿਸ ਬਾਬੇ ਨੇ ਬਾਣੀ ਨੂੰ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸੁਣਿਆ ਹੋਵੇ, ਪੜ੍ਹਿਆ ਹੋਵੇ, ਅਤੇ ਉਸ ਕਲਗੀਧਰ ਪਾਤਸ਼ਾਹ ਜੀ ਤੋਂ ਅੰਮ੍ਰਿਤ ਦੀ ਦਾਤ ਲਈ ਹੋਵੇ, ਅਤੇ ਜਿਸ ਕਲਗੀਧਰ ਪਾਤਸ਼ਾਹ ਜੀ ਨੇ ਦੀਵਾ ਬਾਲਿਆ ਹੋਵੇ, ਯਾਦ ਰੱਖਣਾ ਉਹ ਕਿੰਨੀ ਕੁ ਮਹਾਨ ਹਸਤੀ ਹੋਵੇਗੀ, ਕਿੰਨਾ ਕੁ ਉੱਚਾ ਜੀਵਨ ਹੋਵੇਗਾ। ਹੁਣ ਉਹੀ ਜਦੋਂ ਬਾਣੀ ਲਿਖ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਡਿਊਟੀ ਲਾ ਦਿੰਦੇ ਨੇ, ਜਦੋਂ ਦਮਦਮੇ ਤੋਂ ਜਾਣ ਲੱਗਦੇ ਨੇ, ਇਹ ਦੀਪ ਸਿੰਘ ਅੱਜ ਤੋਂ ਬਾਅਦ ਤੇਰੀ ਇਹ ਡਿਊਟੀ ਹੈ ਵੀ ਤੂੰ ਵੱਧ ਤੋਂ ਵੱਧ ਬਾਣੀ ਲਿਖ ਕੇ ਅਤੇ ਇਸ ਬਾਣੀ ਨੂੰ ਮਨੁੱਖਤਾ ਤੱਕ ਪੜਾਉਣਾ ਹੈ। ਡਿਊਟੀ ਲਾ ਦਿੱਤੀ। ਬਾਬਾ ਦੀਪ ਸਿੰਘ 4 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਦੇ ਨੇ। ਤੁਸੀਂ ਇੱਕ ਸ਼ਬਦ ਲਿਖ ਕੇ ਵੇਖੋ, ਤੁਹਾਨੂੰ ਕਿੰਨਾ ਸਮਾਂ ਲੱਗ ਜਾਏਗਾ। ਬਹੁਤਾ ਤੋਂ ਬਾਅਦ ਅਭਿਆਸੀ ਬੰਦਾ ਵੀ ਜਿਹੜਾ ਹੈ ਨਾ, ਜ਼ਿਆਦਾ ਬਹੁਤਾ ਅਭਿਆਸੀ ਹੈ, ਉਹਨੂੰ ਵੀ ਇੱਕ ਹੁਕਮਨਾਮਾ ਲਿਖਣ ਲੱਗਿਆ ਵੀ ਕਿੰਨਾ ਸਮਾਂ ਲੱਗ ਜਾਂਦਾ। ਧੰਨ ਬਾਬਾ ਦੀਪ ਸਿੰਘ 4 ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਇੱਕ ਉਹਨਾਂ ਨੇ ਅਰਬੀ ਭਾਸ਼ਾ ਵਿੱਚ ਲਿਖਿਆ ਹੈ, ਅਰਬ ਦੇਸ਼ ਵਿੱਚ ਘੱਲਿਆ। 4 ਸਰੂਪ ਲਿਖ ਕੇ 4 ਤਖਤਾਂ 'ਤੇ, 5ਵਾਂ ਤਖਤ ਨਹੀਂ ਸੀ ਬਣਿਆ, ਦਮਦਮਾ ਸਾਹਿਬ ਸਾਬੋ ਤਲਵੰਡੀ ਬਾਅਦ ਵਿੱਚ ਬਣਿਆ। 4 ਤਖਤਾਂ 'ਤੇ 4 ਸਰੂਪ। ਹੁਣ ਇੱਥੇ ਰਹਿੰਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦੀ ਕੁਰਬਾਨੀ ਨੂੰ ਦੁਨੀਆ ਭਰ ਦੇ ਵਿੱਚ ਵੱਡੇ ਤੋਂ ਵੱਡੇ ਲੋਕ ਵਿਦਵਾਨ ਵੀ ਜਿਹੜੇ ਨਮਸਕਾਰਾਂ ਕਰਦੇ ਨੇ, ਜਦੋਂ ਬਾਬਾ ਦੀਪ ਸਿੰਘ ਨੂੰ ਆਵਾਜ਼ ਪਈ ਨਾ, ਕਦੀ ਬਾਬਾ ਬੰਦਾ ਸਿੰਘ ਬਹਾਦਰ ਆਏ ਨੇ, ਅਤੇ ਉਹਨਾਂ ਦੇ ਨਾਲ ਇੱਕ ਗੱਲ ਇੱਥੇ ਬੜੀ ਸਮਝਣ ਵਾਲੀ ਹੈ ਕਿ ਜਦੋਂ ਬੰਦਾ ਭਰ ਜਵਾਨੀ ਵਿੱਚ ਹੁੰਦਾ ਹੈ ਨਾ, ਉਦੋਂ ਬੰਦਾ ਸੂਰਮਿਆਂ ਵਾਲੇ ਕੰਮ ਕਰ ਜਾਂਦਾ ਹੈ। ਭਰ ਜਵਾਨੀ ਵਿੱਚ ਆ ਤੁਸੀਂ ਵੇਖਦੇ ਹੋ, ਜਦੋਂ ਬੰਦਾ 60 ਸਾਲਾਂ ਦਾ ਹੁੰਦਾ ਹੈ ਅਤੇ ਉਦੋਂ ਰਿਟਾਇਰਮੈਂਟ ਹੋ ਜਾਂਦੀ ਹੈ, ਉਦੋਂ ਰਿਟਾਇਰਮੈਂਟ ਹੋ ਜਾਂਦੀ ਹੈ। ਧੰਨ ਬਾਬਾ ਦੀਪ ਸਿੰਘ, ਜਦੋਂ ਤਾਂ ਖੰਡਾ ਚਲਾਉਣ ਦੀ ਉਮਰ ਸੀ ਉਦੋਂ ਕਲਮ ਚਲਾਉਂਦੇ ਨੇ, ਕਿਉਂਕਿ ਬੰਦਾ ਜਦੋਂ ਜ਼ਿੰਦਗੀ ਦਾ ਸਾਰਾ ਸਮਾਂ ਲੰਘ ਜਾਂਦਾ, ਆਟੋਬਾਇਓਗ੍ਰਾਫੀ ਲਿਖਦਾ, ਜ਼ਿੰਦਗੀ ਦਾ ਤਜਰਬਾ ਅਖੀਰਲੇ ਸਮੇਂ ਲਿਖਦਾ। ਧੰਨ ਬਾਬਾ ਦੀਪ ਸਿੰਘ ਕਲਮ ਚੁੱਕੀ, ਜਵਾਨੀ ਵਿੱਚ ਬਾਣੀ ਲਿਖੀ, ਅਤੇ ਯਾਦ ਰੱਖਣਾ ਜਦੋਂ ਆਟੋਬਾਇਓਗ੍ਰਾਫੀ ਲਿਖਣ ਦਾ ਟਾਈਮ ਸੀ, ਉਦੋਂ 18 ਸ਼ੇਰ ਦਾ ਖੰਡਾ ਚੁੱਕ ਕੇ ਮੈਦਾਨੇ ਜੰਗ ਵਿੱਚ ਜੂਝਦੇ ਨੇ। ਧੰਨ ਬਾਬਾ ਦੀਪ ਸਿੰਘ। ਇੱਥੇ ਉਮਰਾਂ ਦੀ ਗੱਲ ਨਹੀਂ, ਇੱਥੇ ਕਮਾਈ ਦੀ ਗੱਲ ਹੈ। ਹੋ ਸਕਦਾ ਇੱਥੇ 7 ਸਾਲਾਂ ਦਾ ਕੋਈ ਫਤਿਹ ਸਿੰਘ ਵੀ ਹੋਵੇ, ਅਤੇ ਹੋ ਸਕਦਾ ਕੋਈ 75-80 ਸਾਲ ਦਾ ਕੋਈ ਬਾਬਾ ਦੀਪ ਸਿੰਘ ਵੀ ਹੋਵੇ, ਅਤੇ ਮਾफ़ ਕਰਨਾ ਇਹ ਵੀ ਹੋ ਸਕਦਾ ਜੇ ਕੋਈ 70-80 ਸਾਲਾਂ ਦਾ ਬਾਬਾ ਤਾਸ਼ ਦੇ ਸ਼ਰਾਬ ਪੀਂਦਾ ਹੋਵੇ, ਜਿਹਨੇ ਇਸ ਉਮਰ ਵਿੱਚ ਬੱਚਿਆਂ ਨੂੰ ਸਿੱਖਿਆ ਦੇਣੀ ਹੈ, ਅਤੇ ਉਹ ਕਿਤੇ ਪੱਬਾਂ ਕਲੱਬਾਂ ਵਿੱਚ ਬੈਠਾ ਨੱਚਦਾ ਹੋਵੇ। ਅਤੇ ਇਹ ਵੀ ਹੋ ਸਕਦਾ ਗੁਰੂ ਪਿਆਰ ਵਾਲਿਓ ਕੋਈ 5-7 ਸਾਲ ਦਾ ਦਸਤਾਰ ਸਜਾ ਕੇ ਖੱਡੇ ਬਾਟੇ ਦਾ ਅੰਮ੍ਰਿਤ ਛਕ ਕੇ ਅਤੇ ਕਲਗੀਧਰ ਦੀਆਂ ਸਿਫਤਾਂ ਗਾਉਂਦਾ ਹੋਵੇ।
ये भी हो सकता है, क्योंकि इत्थे उम्रां दी गल नहीं, इत्थे गुरु की बख्शिश की गल है। हुण बाबा दीप सिंह समय समय ते अखंडा चुकते ने ते जालमां दे नाल लोहा लैंदे ने, घबराउंदे नहीं। नौजवान एक आवाज़ दे विच दौड़ के आ जाते हैं। जदों बाबा दीप सिंह नूं इस गल का पता लग्या सी ना भी हरमंदर साहब की बेअदबी हो गई है, उस समय बाबा दीप सिंह एक छिन भी रोक नहीं सुन सके। जिहड़ा सिख उन्हां नूं दस्सण आया सी ना, ते बाबा दीप सिंह ने गरज के आख्या सी, ओ सिखा तू उत्थे उस जालम का मुकाबला क्यों नहीं किया, डर गया से? ते उस समय उस सिख ने आख्या, नहीं बाबा जी मैं डरिया नहीं, घबराया नहीं, बल्कि तुहानूं दस्सण वास्ते इत्थे आया वां। इन्नी गल सुनदे ही बाबा दीप सिंह दमदमे की धरती तो चले ने। ते उस समय इतिहासकार लिखते हैं हज़ारां सिख नौजवान बाबा दीप सिंह के पिछे हो गए सन। बाबा दीप सिंह लकीर खिंचते हैं, नाले बचन करते हैं भी अज जिन्हें अपने आप की कुर्बानी देनी है, क्योंकि सिੱਖੀ ਵਿੱਚ सेवा केवल प्रशादा ਵਰਤਾਉਣ ਦੀ नहीं, ये केवल जल छकाउण दी नहीं, इत्थे सेवा कई बारी अपना सीस कुर्बान करके भी जिहड़ी कमाउणी पैंदी है। सतगुर की सेवा गाखड़ी सिर दीजै आप गवाए, ये सेवा एवें नहीं जे मिलती, ये सेवा घालण वास्ते बड़ी वड्डी घालना घालनी पैंदी है। धन बाबा दीप सिंह नाल हज़ारां नौजवान ते एक अरदास उन्होंने कीती सी। वो अरदास की सी? बड़ी प्यारी अरदास से भरोसा गुरु ते। वो गुरु ते भरोसा करके एक अरदास करते हैं कि सिੱਖੀ दियां दुश्मनां नूं भाजड़ा पावांगा मैं, कि जेड़े अज दुश्मन ने जिन्हां ने हरमंदर साहिब वल अख चुकी, गुरु रामदास पातशाह जी दे दर वल सिੱਖੀ दियां दुश्मनां नूं भाजड़ा पावांगा मैं, सिੱਖੀ सिदक नूं दाग नहीं लवावांगा मैं, हरमंदर साहिब कड़ा प्रसाद चढ़ाउण लोकी पर ऐ सीस प्रसाद चढ़ावांगा मैं अपने सीस दा ही प्रसाद चढ़ावांगा। ऐ गुरु रामदास महाराज कृपा करी, जिन्ना चिर मेरा ये प्राण पूरा ना होवे महाराज उन्ना चिर मेरे सवास ना निकलन। धन बाबा दीप सिंह जी ये अरदास करके ये प्रण करके जदों तुरे ने ना, ते गुरु प्यार वालिओ धन धन बाबा दीप सिंह जी जिन्हां ने उस समय महान युद्ध किया। जहान खां वर्गे सूरमे योधे नूं भी सलाम, जिहड़ा इहो जे महान वड्डे सूरमे दे सामने खलो गया आके। जहान खां दे नाल मुकाबला हुंदा है, उधरों उनका सिर लैंदा है ते मुड़ दोबारा वो हिलण जोगा नहीं रहिंदा। पर इस बाबे का जदों सिर लैंदा है दोबारा हरकत विच आउंदा है। एक तली ते सिर है, दूजे विच खंडा है। जिहड़े दुश्मन ने ना दौड़ गए ते जाके आखदे ने लाहौर विच, ऐ तूं ते ये आखदा है बई असीं उन्हां सिखां दा मुकाबला करना है, पर किहड़े सिखां दा? वो सिख तो कह लगे बिना सिर तो कह लगे धड़ तो सिर लथे हुए ने, तां भी वो लड़ी जाते हैं। कह लगे जिउंदियां नाल ते मुकाबला किया जा सकता, मरियां नाल कौन करे? जिउंदियां नूं ते मार सकते हैं, पर मरियां नूं कौन मारे? नाल एक गल होर याद रखियो, साडे देश दे विच एक बड़ी वड्डी कौम हुई है मराठा कौम, ते मराठा ना तां पिया कह लगे ये मराठे ने, क्यों? ये मर के कह लगे हटते ने, मरन तो पहला नहीं हटते। धन बाबा दीप सिंह मरन तो बाद भी लड़ते ने पे, मरन तो बाद ही मुकाबला करते हैं। किसी अदीब ने बड़ा प्यारा किया है, भाई साहब आ चुके ने, समा हो गया, 2-4 मिनट में 2 मिनट होर लैने ने। किसी अदीब ने बड़ा प्यारा आख्या, वो आखदा जिन्हां कौमां दे विच कुर्बानियां नहीं हुंदियां ना, वो कौमां बहुत समय उन्हां दे सूरज अस्त हो जाया करते हैं। वो कौमां जिउंदियां नहीं रहिंदियां, वो जिउंदियां ही मुर्दा हो जाया करदियां ने। जिन्हां कौमां विच सूरमे योधे नहीं हुंदे, जिन्हां कौमां दे विच शहीद नहीं हुंदे, वो कौमां बहुते समय तक जिउंदियां नहीं रहिंदियां। अज सिख कौम
550 साल का इतिहास है तो दुनिया के कोने कोने में सिख बैठा तो दुनिया नमस्कार करती है। क्यों? क्योंकि सिख को ऐसे महान सूरबीर योधे ने बाबा दीप सिंह वर्गे जेड़े बिना कह लगे सीस तो कह लगे मैदाने जंग में लड़ना जानते हैं। धन बाबा दीप सिंह वो अदीब बड़ा प्यारा लिखता है, वो आखदा है जदों डुलदा खून शहीदां दा तकदीर बदलदी कौमां दी। जदों शहीदां दा जदों जदों खून डुलिया उदों कौमां दी तकदीर जड़ी बदल जाती है। रंबियां नाल खोपर लै जांदे तस्वीर बदलदी कौमां दी, उदों तस्वीर तकदीर बदल जाती है कौमां दी जदों कह लगे इहो जे शहीदां दा खून डुलदा है। एक अदीब ने बड़ा प्यारा लिखिया, वो आखदा है कि जदों ये हिंदुस्तान की सल्तनत जड़ी है, हिंदुस्तान के लोग जड़े ने जदों ये आखदे ना भी असी अहिंसा के पुजारी ते गुरु गोबिंद सिंह हिंसक सन, याद रखना उन्हां अहिंसा के पुजारियों को बड़ा प्यारा उन्हें जवाब दिता है। वो आखदा है गांधी वाग नहीं चरखे चलाए असी आप चरखड़ियां ते चढ़े हुए हाँ। ये देश नूं आज़ादी एवें नहीं मिली गुरु प्यार वालिओ, गांधी वाग नहीं चरखे चलाए असी आप चरखियां ते चढ़े हुए हाँ। सिर दे के जिथों दी फीस लगदी उन्हां स्कूलों विच पढ़े हुए हाँ। नहीं डरपोक अहिंसा दे पुजारियां वांग असी खून च लाइयां तारियां ने, एवें नहीं लोकी सानू सरदार कहिंदे, सिर दे के लईयां सरदारियां ने, सिर दिते ने तां ये सरदारियां मिलियां ने। धन धन बाबा दीप सिंह इहो जे महान सूरबीर योधे जिन्हां दे जन्म दिहाड़े नूं आप सारे मना रहे हो। मनाया होया तां सफला है जे उन्हां दे पाए होए पूरनिया ते चलीए। जो उन्हां ने प्रण किया गुरु ते भरोसा, बाणी दा अदब सत्कार, खंडे बाटे ते निश्चा अते गुरु प्यार वालिओ गुरु महाराज पातशाह जी पाए पूरने ते चल के अपना आपा कुर्बान करता, पर धर्म अते धर्म स्थानां दी रखिया वास्ते उन्होंने कदी भी कंप्रोमाइज़ नहीं किया, बल्कि दुश्मन दे नाल मुकाबला किया ते मुकाबला करके आख दिता भी सिख दी जिंद जान है गुरु, गुरु दा ये बनाया होया हरमंदर। इस वास्ते सिख मर सकता है, मिट सकता है, क्योंकि सिख दे हिरदे नूं जे कोई हाथ पाउणा चाहेगा, याद रखना बाबा दीप सिंह वर्गा होर कोई उठ खलोवेगा तो मैदाने जंग में आके फिर उन्होंने भी ये नसीहत दी जाएगी। महाराज कृपा करन सानू सारिਆਂ ਨੂੰ गुरु का प्यार, गुरु की सिक्खी प्राप्त होवे। ये रोज़ अरदास आपां सारिਆਂ ने करनी है। पिछले हफ्ते तो तकरीबन ये दीवान जिहड़े हन सज रहे हैं, आप वडभागे हो। बड़ा चंगा प्रोग्राम जिहड़ा है उलीकिया गया, हर साल उलीकिया जाता है। आप कोशिश करिया करो वध चढ़ के अपने बच्चों को लिया के ते दीवाना विच बिठाया करो। साडे बच्चे बाहर खेडते रहंदे ने, उन्होंने इत्थे लिया के बिठाया करो तां जो उन्होंने पता लगे गुरु घर की मर्यादा, गुरु पातशाह जी का अदब किवें करना है। सो गुरु प्यार वालिओ आप सारिया संगतां दा तहे दिलों बहुत बहुत धन्यवाद। सरदार हरजिंदरपाल सिंह जी कलसी परिवार का धन्यवाद, गुरु महाराज का कोटान कोट शुकराना, समूह प्रबंधक सज्जणा का सारिया धन्यवाद। आओ सत्कारयोग भाई से भाई मोहकम सिंह जी उन्होंने पासों रब्बी बाणी का कीर्तन आपां बड़े प्यार नाल बैठ के श्रवण करना है। होइयां भुलां चुकां दी खिमा। वाहिगुरू जी का खालसा, वाहिगुरू जी की फतेह।